ਨਮਸਕਾਰ ਸਟੂਡੈਂਟਸ, ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ। ਦੋਸਤੋ, ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਸਟਾਰਟ ਕਰਾਂਗੇ ਸਟਰਕਚਰ ਆਫ ਐਟਮ। ਇੱਕ ਵਧੀਆ ਟੌਪਿਕ ਹੈ ਕੈਮਿਸਟਰੀ ਦਾ। ਠੀਕ ਹੈ, ਤੁਹਾਡੇ ਪੀਐਸਟੈਟ ਪੇਪਰ 2 ਦੇ ਲਈ, ਜੇ ਤੁਹਾਡਾ ਕੰਬੀਨੇਸ਼ਨ ਮੈਥ ਸਾਇੰਸ ਹੈ, ਜਾਂ ਫਿਰ ਈਟੀਟੀ ਪੇਪਰ 2 ਦੇ ਲਈ, ਜਾਂ ਬਾਕੀ ਗਵਰਨਮੈਂਟ ਐਗਜ਼ਾਮਸ ਦੇ ਲਈ ਹੈਲਪਫੁਲ ਹੋਊਗਾ। ਠੀਕ ਹੈ ਜੀ, ਤਾਂ ਆਪਾਂ ਸ਼ੁਰੂ ਕਰਾਂਗੇ ਸਟਰਕਚਰ ਆਫ ਐਟਮ। ਐਟਮ ਕੀ ਹੁੰਦਾ ਬੱਚੋ? ਐਟਮ ਹੁੰਦਾ ਪਰਮਾਣੂ। ਠੀਕ ਹੈ, ਤਾਂ ਸਟਰਕਚਰ ਆਫ ਐਟਮ ਹੋ ਗਿਆ ਪਰਮਾਣੂ ਦੀ ਬਣਤਰ। ਜੇ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਕਹੀਏ, ਪਰਮਾਣੂ ਦੀ ਬਣਤਰ। ਦੇਖੋ, ਜਿੰਨੀ ਵੀ ਚੀਜ਼ ਦੀ ਪੰਜਾਬੀ 'ਚ ਜ਼ਰੂਰਤ ਹੋਊਗੀ ਮੈਂ ਤੁਹਾਨੂੰ ਸਾਰਾ ਪੰਜਾਬੀ 'ਚ ਦੱਸਦਾ ਜਾਊਂਗਾ, ਤੇ ਜਿਹੜੀ ਚੀਜ਼ ਇੰਗਲਿਸ਼ 'ਚ ਹੀ ਪੜ੍ਹਨੀ ਹੋਈ ਉਹ ਮੈਂ ਤੁਹਾਨੂੰ ਪਲੀਜ਼ ਇੰਗਲਿਸ਼ 'ਚ ਹੀ ਦੱਸੂਗਾ, ਉਹ ਚੀਜ਼ਾਂ ਪੰਜਾਬੀ 'ਚ ਨਹੀਂ ਦੱਸੂਗਾ। ਹਰ ਇੱਕ ਇਸ ਟੌਪਿਕ ਨੂੰ ਬੜੇ ਧਿਆਨ ਨਾਲ ਸਮਝਿਓ, ਇੰਪੋਰਟੈਂਟ ਟੌਪਿਕ ਹੈ, ਵਧੀਆ ਟੌਪਿਕ ਹੈ। ਠੀਕ ਹੈ, ਆਪਾਂ ਸਾਰਿਆਂ ਨੇ ਸਕੂਲ ਦੇ ਵਿੱਚ ਪੜ੍ਹਿਆ ਹੋਊਗਾ। ਠੀਕ ਹੈ, ਜੇ ਤੁਹਾਨੂੰ ਸਟਰਕਚਰ ਆਫ ਐਟਮ ਤੋਂ ਨਹੀਂ ਯਾਦ ਆ ਰਿਹਾ ਤਾਂ ਤੁਸੀਂ ਸੁਣਿਆ ਹੋਊਗਾ, ਟੌਪਿਕ ਦਾ ਨਾਮ ਹੈ ਜਿਵੇਂ ਇਲੈਕਟ੍ਰੋਨ ਸੁਣੇ ਹੋਣਗੇ, ਇਲੈਕਟ੍ਰੋਨਸ, ਪ੍ਰੋਟੋਨਸ, ਨਿਊਟਰੋਨਸ, ਇਹ ਚੀਜ਼ਾਂ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਹੁਣ ਸਟਰਕਚਰ ਆਫ ਐਟਮ ਨੂੰ ਪੜਨ ਤੋਂ ਪਹਿਲਾਂ, ਪਰਮਾਣੂ ਦੀ ਬਣਤਰ ਪੜਨ ਤੋਂ ਪਹਿਲਾਂ ਆਪਾਂ ਇਹਦੀ ਪਹਿਲਾਂ ਜਾਣਕਾਰੀ ਲੈਂਦੇ ਆ। ਪਰਮਾਣੂ ਹੁੰਦਾ ਕੀ ਹੈ, ਐਟਮ ਹੁੰਦਾ ਕੀ ਹੈ, ਇਹ ਕਿੱਥੋਂ ਸ਼ੁਰੂਆਤ ਹੋਈ, ਕਿਸਨੇ ਡਿਸਕਵਰ ਕੀਤਾ। ਠੀਕ ਹੈ, ਤਾਂ ਬੱਚਿਓ ਆਪਾਂ ਸ਼ੁਰੂ ਕਰਦੇ ਆ ਅਰਾਊਂਡ 500 BC। ਜੇ ਆਪਾਂ ਜਾਈਏ ਅਰਾਊਂਡ 500 BC, ਦੇਖੋ ਐਗਜ਼ੈਕਟ ਨਹੀਂ ਕਿਉਂਕਿ ਬਹੁਤ ਪੁਰਾਣਾ ਟਾਈਮ ਹੈ। 500 BC ਮਤਲਬ ਬਿਫੋਰ ਕ੍ਰਾਈਸਟ, 500 ਸਾਲ ਪਹਿਲਾਂ, ਬਿਫੋਰ ਕ੍ਰਾਈਸਟ ਤੋਂ 500 ਸਾਲ ਪਿੱਛੇ। ਠੀਕ ਹੈ, ਅਰਾਊਂਡ 500 BC ਇੱਕ ਮਹਾਰਿਸ਼ੀ ਕੰਨੜ ਹੋਏ ਨੇ। ਇੱਕ ਮਹਾਰਿਸ਼ੀ ਸੀ ਜਿਨ੍ਹਾਂ ਦਾ ਨਾਮ ਸੀ ਬੱਚੋ ਕੰਨੜ। ਮਹਾਰਿਸ਼ੀ ਸੀ ਜਿਨ੍ਹਾਂ ਦਾ ਨਾਮ ਸੀ ਕੰਨੜ। ਇਹਨਾਂ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਪਰਮਾਣੂ ਬਾਰੇ ਦੱਸਿਆ ਸੀ, ਐਟਮ ਬਾਰੇ ਨਹੀਂ ਦੱਸਿਆ ਸੀ। ਉਦੋਂ ਐਟਮ ਦਾ ਨਾਮ ਡਿਸਕਵਰ ਨਹੀਂ ਹੋਇਆ ਸੀ। ਇਹਨਾਂ ਨੇ ਸਭ ਤੋਂ ਪਹਿਲਾਂ ਬੱਚੋ ਕਿਹਦੇ ਬਾਰੇ ਦੱਸਿਆ ਸੀ? ਪਰਮਾਣੂ ਬਾਰੇ। ਤੇ ਇਹਨਾਂ ਨੇ ਕੀ ਦੱਸਿਆ ਸੀ? ਦੇਖੋ, ਇਹਨਾਂ ਨੇ ਬੱਚੋ ਦੱਸਿਆ ਸੀ, ਕਹਿੰਦਾ ਜੀ ਕੋਈ ਮੈਟਰ ਹੈ। ਮੈਟਰ ਹੈ, ਹੁਣ ਮੈਂ ਤੁਹਾਨੂੰ ਪਹਿਲਾਂ ਦੱਸਦਾ ਮੈਟਰ ਹੁੰਦਾ ਕੀ ਹੈ। ਮੈਟਰ ਕੀ ਹੁੰਦਾ ਹੈ? ਕੋਈ ਵੀ ਚੀਜ਼ that occupies space, ਕੋਈ ਵੀ ਚੀਜ਼ ਜਿਹੜੀ ਜਗ੍ਹਾ ਘੇਰੇ ਤੇ ਜਿਸ ਦਾ ਕੋਈ ਮਾਸ ਹੋਵੇ, and having mass, ਕੋਈ ਵੀ ਚੀਜ਼ ਜਿਹੜੀ ਜਗ੍ਹਾ ਘੇਰੇ ਅਤੇ ਜਿਸ ਦਾ ਕੋਈ ਭਾਰ ਹੋਵੇ, ਉਸ ਨੂੰ ਆਪਾਂ ਬੱਚਿਓ ਕੀ ਕਹਿੰਦੇ ਆ? ਮੈਟਰ। ਠੀਕ ਹੈ ਜੀ, ਮੈਟਰ। ਤੇ ਮੈਟਰ ਨੂੰ ਪੰਜਾਬੀ 'ਚ ਜੇ ਆਪਾਂ ਕਹੀਏ ਪਦਾਰਥ, ਮੈਟਰ ਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਪਦਾਰਥ। ਕੋਈ ਵੀ ਚੀਜ਼ ਜਿਹੜੀ ਜਗ੍ਹਾ ਘੇਰੇ ਅਤੇ ਜਿਸ ਦਾ ਕੋਈ ਭਾਰ ਹੋਵੇ, ਜਿਵੇਂ ਬਿਲਡਿੰਗ ਹੋ ਗਈ, ਕੰਗਾ ਹੋ ਗਿਆ, ਗਲਾਸ ਹੈ, ਤੁਹਾਡੀ ਨੋਟਬੁੱਕ ਹੈ, ਇਹ ਸਾਰੀਆਂ ਚੀਜ਼ਾਂ ਮੈਟਰ ਹੋ ਗਈਆਂ। ਠੀਕ ਹੈ, ਤਾਂ ਹੁਣ ਇਹਨਾਂ ਨੇ ਸਭ ਤੋਂ ਪਹਿਲੀ ਵਾਰੀ ਦੱਸਿਆ ਸੀ, ਇਹ ਪਹਿਲੇ ਬੰਦੇ ਸੀ ਫਰਸਟ ਟੂ ਸੁਜੈਸਟ, ਜਿਨ੍ਹਾਂ ਨੇ ਪਹਿਲੀ ਵਾਰੀ ਸੁਜੈਸ਼ਨ ਦਿੱਤੀ, ਸਲਾਹ ਦਿੱਤੀ। ਦੈਟ, ਕੀ ਸਲਾਹ ਦਿੱਤੀ ਬੱਚੋ? ਕਹਿੰਦੇ ਮੈਟਰ ਇਜ਼ ਮੇਡ ਅਪ ਆਫ, ਮੈਟਰ ਇਜ਼ ਮੇਡ ਅਪ ਆਫ, ਸਾਰੀਆਂ ਚੀਜ਼ਾਂ ਨਾਲ ਲਿਖਦੇ ਚੱਲਿਓ, ਮੈਂ ਨਾਲ ਨਾਲ ਹਰ ਇੱਕ ਚੀਜ਼ ਪੰਜਾਬੀ 'ਚ ਵੀ ਬੋਲਦਾ ਚੱਲੂੰਗਾ। ਤਾਂ ਜੇ ਤੁਸੀਂ ਪੰਜਾਬੀ 'ਚ ਲਿਖਣਾ, ਪੰਜਾਬੀ 'ਚ ਨੋਟ ਕਰ ਲੈਣਾ, ਜੇ ਇੰਗਲਿਸ਼ ਲਿਖਣਾ ਤਾਂ ਇੰਗਲਿਸ਼ 'ਚ ਲਿਖ ਲੈਣਾ। ਵੈਰੀ ਟਾਈਨੀ ਪਾਰਟੀਕਲਸ, ਕਹਿੰਦਾ ਜੀ ਇਸਨੇ ਕਿਹਾ ਜਿਹੜਾ ਮੈਟਰ ਹੈ ਉਹ ਬਹੁਤ ਛੋਟੇ ਛੋਟੇ ਪਾਰਟੀਕਲਸ ਦਾ ਬਣਿਆ ਹੋਇਆ, ਕੋਲਡ ਅਣੂ, ਤੇ ਜਿਸ ਨੂੰ ਅਣੂ ਦਾ ਨਾਮ ਦਿੱਤਾ। ਠੀਕ ਹੈ, ਜਿਸ ਨੂੰ ਬੱਚੋ ਕਿਹਦਾ ਨਾਮ ਦਿੱਤਾ? ਅਣੂ। ਤੇ ਅਣੂ ਨੂੰ ਅੱਜ ਦੇ ਟਾਈਮ ਦੇ ਵਿੱਚ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਮੋਲੀਕਿਊਲ ਦੇ ਨਾਲ। ਤੇ ਅੱਗੇ ਕਹਿੰਦੇ ਵਿੱਚ, ਜਿਹੜਾ ਕਿ which is formed of further smaller particles, ਜਿਹੜਾ ਕਿ ਅੱਗੇ ਵੀ ਹੋਰ ਛੋਟੇ ਛੋਟੇ ਪਾਰਟੀਕਲਸ ਦੇ ਵਿੱਚ ਵੰਡਿਆ ਹੋਇਆ, smaller teeny particles called ਪਰਮਾਣੂ ਮਤਲਬ ਐਟਮ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ 500 BC ਦੇ ਅਰਾਊਂਡ ਮਹਾਰਿਸ਼ੀ ਕੰਨੜ ਸੀ ਜਿਨ੍ਹਾਂ ਨੇ ਕਿਹਾ ਵੀ ਕੋਈ ਮੈਟਰ ਹੈ, ਮੈਟਰ ਛੋਟੇ ਛੋਟੇ ਪਾਰਟੀਕਲਸ ਵੰਡੀ ਹੋਈ ਹੈ, ਜਿਹਨੂੰ ਅਣੂ ਕਹਿੰਦੇ ਆ, ਮੋਲੀਕਿਊਲ ਕਹਿੰਦੇ ਆ। ਤੇ ਅੱਗੇ ਜਿਹੜੇ ਮੋਲੀਕਿਊਲਸ ਨੇ ਉਹ ਵੀ ਅੱਗੇ ਬਹੁਤ ਛੋਟੇ ਛੋਟੇ ਪਾਰਟੀਕਲਸ ਵੰਡੇ ਹੋਏ ਨੇ, ਜਿਨ੍ਹਾਂ ਨੂੰ ਬੱਚਿਓ ਆਪਾਂ ਕੀ ਕਹਿੰਦੇ ਆ? ਪਰਮਾਣੂ ਕਹਿੰਦੇ ਆ। ਠੀਕ ਹੈ ਜੀ, ਉਸ ਟਾਈਮ ਤੇ ਐਟਮ ਨਾਮ ਨਹੀਂ ਆਇਆ ਸੀ। ਹੁਣ ਐਟਮ ਦਾ ਨਾਮ ਹੈ ਜਿਹੜਾ, ਇਹ ਕਦੋਂ ਆਇਆ? ਦੇਖੋ, ਐਟਮ ਦਾ ਬੱਚਿਓ ਜਿਹੜਾ ਨਾਮ ਹੈ ਇਹ ਆਇਆ ਐਟਮੋਸ ਤੋਂ। ਐਟਮੋਸ ਇੱਕ ਗ੍ਰੀਕ ਨੇਮ ਹੈ। ਐਟਮੋਸ ਇੱਕ ਗ੍ਰੀਕ ਨੇਮ ਹੈ ਜਿਸ ਦਾ ਮਤਲਬ ਹੈ ਵੀ ਕੋਈ ਵੀ ਚੀਜ਼ ਜਿਹੜੀ ਅੱਗੇ ਨਾ ਵੰਡੀ ਜਾ ਸਕੇ। कोई भी चीज मतलब या सब तो छोटी चीज स्मॉलेस्ट सब तो छोटी चीज
ਜਿਹੜੀ ਅੱਗੇ ਨਾ ਵੰਡੀ ਜਾ ਸਕੇ, ਨਾ ਵੰਡੀ ਜਾ ਸਕੇ। ਠੀਕ ਹੈ ਜੀ, ਨਾ ਵੰਡੀ ਜਾ ਸਕੇ। ਤਾਂ ਜਿਹੜੀ ਚੀਜ਼ ਮੈਂ ਬੋਲ ਰਿਹਾ ਬੜੇ ਆਰਾਮ ਨਾਲ ਲਿਖੀ ਚੱਲਿਓ, ਹਰ ਇੱਕ ਚੀਜ਼ ਤੁਹਾਨੂੰ ਸਾਰੀਆਂ ਚੀਜ਼ਾਂ ਪ੍ਰੋਪਰ ਡਿਟੇਲ ਦੇ ਵਿੱਚ ਪੜਾਉਂਗਾ। ਤੇ ਐਟੋਮੋਸ ਤਾਂ ਬੱਚੋ ਐਟਮ ਜਿਹੜਾ ਨਾਮ ਹੈ ਉਹ ਕਿੱਥੋਂ ਬਣਿਆ ਹੋਇਆ ਹੈ? ਐਟਮੋਸ ਤੋਂ। ਐਟੋਮੋਸ ਇੱਕ ਗ੍ਰੀਕ ਨਾਮ ਹੈ ਜਿਸ ਦਾ ਨਾਮ ਹੈ ਕੋਈ ਵੀ ਸਭ ਤੋਂ ਛੋਟੀ ਚੀਜ਼ ਜਿਹੜੀ ਅੱਗੇ ਵੰਡੀ ਨਾ ਜਾ ਸਕੇ। ਤਾਂ ਹੀ ਇਸ ਨੂੰ ਕਿਸ ਦਾ ਨਾਮ ਦਿੱਤਾ ਗਿਆ? ਐਟਮ। ਕਿਉਂਕਿ ਐਟਮ ਦੀ ਜਿਹੜੀ ਥਿਉਰੀ ਆਈ ਸੀ, ਜਾਂ ਐਟਮ ਬਾਰੇ ਜੋ ਜਾਣਕਾਰੀ ਪਤਾ ਲੱਗੀ ਸੀ, ਪਰਮਾਣੂ ਬਾਰੇ ਜੋ ਜਾਣਕਾਰੀ ਪਤਾ ਲੱਗੀ ਸੀ, ਉਹ ਵੀ ਕੀ ਸੀ ਵੀ ਐਟਮ ਇੱਕ ਇਹੋ ਜਿਹੀ ਚੀਜ਼ ਹੈ, ਸਭ ਤੋਂ ਛੋਟੀ ਚੀਜ਼ ਜਿਹੜੀ ਅੱਗੇ ਨਹੀਂ ਵੰਡੀ ਜਾ ਸਕਦੀ, ਜਿਹੜੀ ਅੱਗੇ ਨਹੀਂ ਵੰਡੀ ਜਾ ਸਕਦੀ। ਤੇ ਜਿਹੜਾ ਆਹ ਨਾਮ ਹੈ ਇਹ ਕਿਸ ਨੇ ਦਿੱਤਾ? ਇੱਕ ਗ੍ਰੀਕ ਫਿਲੋਸਫਰ ਸੀ, ਇੱਕ ਗ੍ਰੀਕ ਫਿਲੋਸਫਰ ਸੀ ਬੱਚੋ, ਜਿਨ੍ਹਾਂ ਦਾ ਨਾਮ ਸੀ ਡੈਮੋਕ੍ਰਿਟਸ, ਜਿਨ੍ਹਾਂ ਦਾ ਨਾਮ ਸੀ ਡੈਮੋਕ੍ਰਿਟਸ। ਤਾਂ ਐਟਮ ਦਾ ਨਾਮ ਕਿਸ ਦੁਆਰਾ ਦਿੱਤਾ ਗਿਆ? ਗ੍ਰੀਕ ਫਿਲੋਸਫਰ ਸੀ ਜਿਨ੍ਹਾਂ ਦਾ ਨਾਮ ਸੀ ਡੈਮੋਕ੍ਰਿਟਸ। ਤਾਂ ਹੁਣ ਆਪਾਂ ਨੇ ਪੜਿਆ ਵੀ ਜਿਹੜਾ ਐਟਮ ਹੈ ਕੋਈ ਵੀ ਸਭ ਤੋਂ ਛੋਟੀ ਚੀਜ਼ ਜਿਹੜੀ ਅੱਗੇ ਨਹੀਂ ਵੰਡੀ ਜਾ ਸਕਦੀ। ਜਿਵੇਂ ਮੈਂ ਕਹਦਾ ਤੁਹਾਡੇ ਕੋਲੇ ਆ 1 ਕਿਲੋ ਲੋਹਾ ਹੈ, ਠੀਕ ਹੈ ਜੀ, 1 ਕਿਲੋ ਲੋਹਾ ਹੈ, ਇਹਨੂੰ ਤੁਸੀਂ ਵੰਡਣਾ ਸ਼ੁਰੂ ਕਰ ਦੋ, ਛੋਟੇ ਟੁਕੜੇ ਸ਼ੁਰੂ ਕਰ ਦੋ, ਛੋਟੇ ਟੁਕੜੇ ਕਰੀ ਜਾਓਗੇ। ਮੰਨ ਲਓ 50 ਗ੍ਰਾਮ ਦੇ ਕਰਤੇ, ਫਿਰ 50 ਗ੍ਰਾਮ ਤੋਂ 1 2 ਗ੍ਰਾਮ ਦੇ ਕਰਤੇ, ਫਿਰ 1 ਗ੍ਰਾਮ ਤੋਂ ਅੱਗੇ ਹੋਰ ਛੋਟੇ ਟੁਕੜੇ ਕਰਾਤੇ। ਤਾਂ ਇੱਕ ਥਾਂ ਤੇ ਜਾ ਕੇ ਤੁਸੀਂ ਇਹ ਜੀ ਜਗ੍ਹਾ ਤੇ ਪਹੁੰਚ ਜਾਓਗੇ ਜਿਸ ਨੂੰ ਅੱਗੇ ਨਹੀਂ ਵੰਡਿਆ ਜਾਊਗਾ। ਸਮਝੇ ਮੇਰੀ ਗੱਲ? ਤਾਂ ਜਦੋਂ ਆਪਾਂ ਛੋਟੇ ਟੁਕੜੇ ਕਰੀ ਜਾਵਾਂਗੇ ਤਾਂ ਆਪਾਂ ਇੱਕ ਟਾਈਮ ਤੇ ਇਹ ਜੀ ਜਗ੍ਹਾ ਤੇ ਪਹੁੰਚ ਜਾਾਂਗੇ ਜਿਹਨੂੰ ਅੱਗੇ ਨਹੀਂ ਵੰਡ ਸਕਦੇ, ਬਸ ਉੱਥੇ ਲਿਮਟ ਖਤਮ ਹੋ ਜੂਗੀ। ਤਾਂ ਉਹ ਜਿਹੜੀ ਸਭ ਤੋਂ ਛੋਟੀ ਚੀਜ਼ ਹੈ ਉਹਨੂੰ ਕੀ ਕਿਹਾ ਜਾਂਦਾ ਹੈ? ਐਟਮ। ਤੇ ਕੋਈ ਵੀ ਚੀਜ਼ ਐਟਮ ਤੋਂ ਹੀ ਬਣੀ ਹੋਈ ਹੈ। ਤੁਹਾਨੂੰ ਦੱਸਿਆ, ਚਾਹੇ ਬਿਲਡਿੰਗ ਲੈ ਲਓ, ਕੰਘਾ ਲੈ ਲਓ, ਕੋਈ ਵੀ ਚੀਜ਼ ਲੈ ਲਓ। ਜਿਵੇਂ ਹੁੰਦਾ ਕੀ ਹੈ, ਮੰਨ ਲਓ ਤੁਹਾਡੀ ਬਿਲਡਿੰਗ ਹੈ, ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਹੁਣ ਬਿਲਡਿੰਗ ਬੱਚੋ ਤੁਸੀਂ ਸੁਣਿਆ ਹੋਊਗਾ ਕਿਤੋਂ ਬਣੀ ਹੋਈ ਹੈ? ਬ੍ਰਿਕਸ ਤੋਂ, ਇੱਟਾਂ ਤੋਂ। ਇੱਟਾਂ ਕਿਤੋਂ ਬਣੀਆਂ ਹੋਈਆਂ ਨੇ? ਮਿੱਟੀ ਤੋਂ, ਸੋਇਲ ਤੋਂ। ਸੋਇਲ ਕਿਤੋਂ ਬਣੀ ਹੋਈ ਹੈ? ਸਿਲੀਕਨ ਡਾਈਆਕਸਾਈਡ ਤੋਂ, ਸਿਲੀਕਨ ਡਾਈਆਕਸਾਈਡ ਤੋਂ। ਸਿਲੀਕਨ ਡਾਈਆਕਸਾਈਡ ਕਿਸ ਤੋਂ ਬਣਿਆ ਹੋਇਆ? ਸਿਲੀਕਨ ਪਲੱਸ ਆਕਸੀਜਨ ਤੋਂ, ਸਿਲੀਕਨ ਪਲੱਸ ਆਕਸੀਜਨ ਤੋਂ। ਤਾਂ ਅੱਗੇ ਸਿਲੀਕਨ ਕਿਸ ਤੋਂ ਬਣਿਆ ਹੋਇਆ? ਸਿਲੀਕਨ ਦੇ ਐਟਮਸ ਤੋਂ, ਸਿਲੀਕਨ ਦੇ ਐਟਮਸ ਤੋਂ। ਤਾਂ ਕੋਈ ਵੀ ਛੋਟੀ ਤੋਂ ਛੋਟੀ ਚੀਜ਼ ਅੱਗੇ ਛੋਟੇ ਪਾਰਟਸ ਲਈ ਚੱਲੋ, ਲਾਸਟ ਤੇ ਜਾ ਕੇ ਉਹ ਚੀਜ਼ ਕਿੱਥੇ ਖਤਮ ਹੋਗੀ? ਐਟਮਸ ਤੇ ਜਾ ਕੇ ਖਤਮ ਹੋਗੀ। ਮਤਲਬ ਹੁਣ ਤੱਕ ਜੋ ਜਾਣਕਾਰੀ ਨਜ਼ਰ ਆਈ ਤਾਂ ਉਹ ਇਹ ਜਾਣਕਾਰੀ ਨਜ਼ਰ ਆਈ ਵੀ ਐਟਮ ਨੂੰ ਅੱਗੇ ਨਹੀਂ ਵੰਡਿਆ ਜਾ ਸਕਦਾ। ਸਭ ਤੋਂ ਜਿਹੜੀ ਛੋਟੀ ਚੀਜ਼ ਹੈ ਉਹ ਕਿਹੜੀ ਚੀਜ਼ ਪਾਈ ਗਈ ਹੈ? ਐਟਮ ਪਾਈ ਗਈ ਹੈ। ਤੇ ਹਰ ਇੱਕ ਚੀਜ਼ ਹੈ ਜਿਹੜੀ ਉਹ ਐਟਮਸ ਤੋਂ ਬਣੀ ਹੋਈ ਹੈ। ਇੰਨੀ ਚੀਜ਼ ਉਮੀਦ ਕਰਦਾ ਤੁਹਾਨੂੰ ਕਲੀਅਰ ਹੋਊਗੀ, ਕੋਈ ਡਾਊਟ ਨਹੀਂ ਹੋਊਗਾ। ਹੁਣ ਇਸ ਤੋਂ ਬਾਅਦ ਬੱਚੋ ਦੇਖੋ ਸਾਇੰਸ ਹੈ। ਸਾਇੰਸ ਦਾ ਮਤਲਬ ਕੀ ਹੁੰਦਾ ਹੈ? ਇਸ ਤੇ ਐਕਸਪੈਰੀਮੈਂਟ ਹੁੰਦੇ ਜਾਣਗੇ, ਨਵੀਆਂ ਡਿਸਕਵਰੀਜ਼ ਹੁੰਦੀਆਂ ਜਾਣਗੀਆਂ, ਇਨਵੈਂਸ਼ਨਸ ਹੁੰਦੀਆਂ ਜਾਣਗੀਆਂ। ਠੀਕ ਹੈ, ਮੈਂ ਤੁਹਾਨੂੰ ਇੱਕ ਚੀਜ਼ ਦਾ ਮਤਲਬ ਦੱਸ ਦਿੰਦਾ ਇੱਥੇ। ਸਾਇੰਸ ਦੇ ਵਿੱਚ ਤੁਹਾਨੂੰ ਕਲੀਅਰ ਹੋਣਾ ਚਾਹੀਦਾ, ਇੱਕ ਵਰਡ ਹੁੰਦਾ ਡਿਸਕਵਰੀ, ਇੱਕ ਵਰਡ ਹੁੰਦਾ ਬੱਚੋ ਇਨਵੈਂਸ਼ਨ। ਦੋਨਾਂ ਚੀਜ਼ਾਂ 'ਚ ਕੀ ਫਰਕ ਹੈ? ਕਿਸੇ ਜਗ੍ਹਾ ਤੇ ਤੁਹਾਨੂੰ ਡਿਸਕਵਰੀ ਲਿਖਿਆ ਮਿਲੂਗਾ, ਕਿਸੇ ਜਗ੍ਹਾ ਤੇ ਤੁਹਾਨੂੰ ਇਨਵੈਂਸ਼ਨ ਲਿਖਿਆ ਮਿਲੂਗਾ। ਹੁਣ ਡਿਸਕਵਰੀ ਦਾ ਮਤਲਬ ਕੀ ਹੁੰਦਾ ਬੱਚੋ? ਕੋਈ ਵੀ ਚੀਜ਼ ਜਿਹੜੀ ਐਗਜ਼ਿਸਟ ਕਰ ਰਹੀ ਹੈ, ਕੋਈ ਵੀ ਚੀਜ਼ ਜਿਹੜੀ ਹੈਗੀ ਹੈ, ਆਪਾਂ ਨੇ ਸਿਰਫ ਕੀ ਕੀਤੀ ਹੈ? ਫਾਈਂਡ ਕੀਤੀ ਹੈ। ਹੁਣ ਜਿਵੇਂ 골ਡ ਹੈਗਾ ਸੀ, ਠੀਕ ਹੈ, 골ਡ ਚਾਹੇ ਕਿਤੋਂ ਵੀ ਨਿਕਲਿਆ, ਆਪਣੇ ਜਵਾਲਾਮੁਖੀ ਫਟੇ ਉੱਥੋਂ ਨਿਕਲਿਆ, ਜਾਂ ਜਿਵੇਂ ਨਵੀਆਂ ਗੈਸਿਸ ਨੇ, ਹਨਾ। ਤਾਂ ਕੋਈ ਵੀ ਚੀਜ਼ ਜਿਹੜੀ ਹੈਗੀ ਆ ਆਪਾਂ ਨੇ ਸਿਰਫ ਉਹਨੂੰ ਕੀ ਕੀਤਾ? ਫਾਈਂਡ ਕੀਤਾ, ਲੱਭਿਆ। ਉਹ ਕੀ ਹੁੰਦੀ ਹੈ? ਡਿਸਕਵਰੀ। ਬਟ ਇਨਵੈਂਸ਼ਨ ਕੀ ਹੁੰਦੀ ਹੈ? ਆਪਾਂ ਨੇ ਆਪਣੀ ਮਰਜ਼ੀ ਨਾਲ ਕੋਈ ਚੀਜ਼ ਬਣਾਈ। ਜਿਵੇਂ ਆਪਾਂ ਨੇ ਬੱਲਬ ਬਣਾਇਆ, ਠੀਕ ਹੈ, ਲਾਈਟ ਲਈ ਬੱਲਬ ਬਣਾਇਆ, ਪੱਖਾ ਬਣਾਇਆ, ਹਵਾ ਲਈ ਪੱਖਾ ਬਣਾਇਆ, ਉਹ ਕੀ ਹੋਗੀ ਬੱਚੋ? ਇਨਵੈਂਸ਼ਨ ਹੋਗੀ। ਠੀਕ ਹੈ, ਇਹ ਸਾਰੀਆਂ ਕੀ ਹੋ ਗਈਆਂ? ਇਨਵੈਂਸ਼ਨਸ। ਤਾਂ ਡਿਸਕਵਰੀ ਤੇ ਇਨਵੈਂਸ਼ਨ 'ਚ ਤੁਹਾਨੂੰ ਫਰਕ ਆਉਣਾ ਚਾਹੀਦਾ। ਤਾਂ ਹੁਣ ਆਪਣੇ ਕੋਲੇ ਜਿਹੜੀਆਂ ਐਟਮਸ ਤੇ ਹੋਈਆਂ ਉਹ ਡਿਸਕਵਰੀਜ਼ ਹੋਈਆਂ, ਐਟਮਸ ਤੇ ਡਿਸਕਵਰੀਜ਼ ਹੋਈਆਂ। ਤਾਂ ਹੁਣ ਇਹ ਜਿਹੜੀ ਆਪਾਂ ਗੱਲ ਕਰ ਰਹੇ ਸੀ ਹੁਣ ਤੱਕ 500 BC ਮਹਾਰਿਸ਼ੀ ਕੰਨੜ ਨੇ ਦੱਸਿਆ। ਉਸ ਤੋਂ ਬਾਅਦ ਗ੍ਰੀਕ ਫਿਲੋਸਫਰ ਹੋਏ ਸੀ ਜਿਨ੍ਹਾਂ ਨੇ ਐਟਮੋਸ ਤੋਂ ਐਟਮ ਨਾਮ ਰੱਖਿਆ। ਇਹ ਕਾਫੀ ਪੁਰਾਣੀਆਂ ਡਿਸਕਵਰੀ ਸੀ, ਕਾਫੀ ਪੁਰਾਣੀ ਗੱਲਾਂ ਸੀ। ਠੀਕ, ਆਪਣੇ ਜਿਹੜੀ ਮਾਡਰਨ ਟਾਈਮ ਹੈ,
अपना जिहड़ा मॉडर्न टाइम है इस दे जे आपां गल करिए इस दे विच एक साइंटिस्ट होए जॉन डाल्टन सर जॉन डाल्टन जिन्हां ने दोबारा एटम दी गल शुरू कीती ते एक इन्हां ने थ्योरी दिती एटॉमिक थ्योरी ऑफ मैटर एटॉमिक थ्योरी ऑफ मैटर जिस दे नाल जेड़ा एटम दी थ्योरी बारे जेड़े साइंटिस्टां दा सी वो सारा ही रुख बदल गया मतलब सारियां ने इस चीज दे बारे अपनी अपनी डिस्कवरीज करनियां शुरू करतियां तां जेड़ा मॉडर्न टाइम दे विच एटम नू अगे लेके आया या आपां ने कहिए भी एक चिंगारी छेड़ती वो छेड़ी सी जॉन डाल्टन ने इन्हां ने एक थ्योरी दिती सी एटॉमिक थ्योरी ऑफ मैटर जिस दे विच इन्हां ने एटम्स या एटम दी आपां कह दईए विशेषतावां बारे दस्सिया सी तां बच्चों जे तुहाडे कोले क्वेश्चन आवे ते इन्हां ने ਜਿਹੜੀ डिस्कवरी ਕੀਤੀ ਸੀ ਥਿਉਰੀ ਦਿੱਤੀ ਸੀ ਇਹ ਦਿੱਤੀ ਸੀ 1803 ਦੇ ਵਿੱਚ ਆਪਣਾ ਹੁਣ ਮਾਡਰਨ ਟਾਈਮ ਆ ਗਿਆ 1803 ਈਸਵੀ ਦੇ ਵਿੱਚ एटॉमिक थ्योरी ऑफ मैटर ਤਾਂ ਬੱਚੋ ਤੁਹਾਡੇ ਕੋਲ ਇਸ ਕੁਐਸਚਨ ਇੱਥੋਂ ਕੁਐਸਚਨ ਕੀ ਆਊਗਾ एटॉमिक थ्योरी ऑफ मैटर ਕਿਹੜੇ ਸਾਇੰਟਿਸਟ ਦੁਆਰਾ ਦਿੱਤੀ ਗਈ ਤਾਂ एटॉमिक थ्योरी ऑफ मैटर ਜੌਨ ਡਾਲਟਨ ਦੁਆਰਾ ਦਿੱਤੀ ਗਈ ਜਿਨ੍ਹਾਂ ਨੇ ਐਟਮ ਅਤੇ ਐਟਮ ਦੀਆਂ ਕੁਆਲਿਟੀਆਂ ਬਾਰੇ ਦੱਸਿਆ ਹੁਣ ਇਹਨਾਂ ਨੇ ਕੀ ਕੁਝ ਦੱਸਿਆ ਦੇਖੋ पोस्टुलेट्स का मतलब हुंदा बच्चों एज्यूम कर लेना विदाउट प्रूफ मतलब आपां कह दईए भी यार आ चीज हो सकती है बट अपने कोले कोई प्रूफ ना होवे जिवें आपां आले दुआले दे घरां दीयां गल्लां सुन लैंदे आ वैसे एग्जांपल दे रहे हैं है ना अपने कोले कोई प्रूफ नहीं हुंदा बट आपां एज्यूम कर लेना भी यार आ चीज हो रही है तां पोस्टुलेट्स हुण इन्हां ने की दस्सिया पोस्टुलेट्स ऑफ जॉन डाल्टन फॉर एटम तां हुण इन्हां ने की पोस्टुलेट्स दिते की अपनियां थ्योरी दित्तियां आपां उहदे बारे डिस्कस करदे हां तां बच्चों इन्हां ने सब तो पहला कहा कहंदे जी एटम इज इनडिविजिबल तां मतलब हले तक अपने कोले की लग रहा है भी एटम है जिहड़ा ओह अगे नहीं वंडिया जा सकदा यह सब तो छोटी इकाई है सब तो छोटा पार्टिकल है जेड़ा अगे नहीं वंडिया जा सकता तो सब तो जॉन डाल्टन ने की कहा भी हाँ जी एटम की है इंडिविजिबल है एटम अगे नहीं वंडिया जा सकता जेड़ा कि यह जेड़ा पॉइंट है ये बाद दे विच जाके गलत हो गया बट हले तक 1803 ईस्वी तक सारे साइंटिस्ट या सारे मतलब अपने वर्ल्ड दे विच यही सी भी एटम की है इंडिविजिबल है हुण सैकेंड चीज जेहड़ी इन्हां ने दसी भी एटम्स ऑफ सेम एलिमेंट हैव सेम मास एंड सेम फिजिकल एंड केमिकल प्रॉपर्टीज तब बच्चों इन्होंने कहा भी जेड़ा कोई भी एटम सेम एलीमेंट है मतलब कोई भी एलीमेंट जेड़ा सेम एटम्स तो बनया होया ओदा भार भी इक्को ही होगा ते सेम केमिकल एंड फिजिकल प्रॉपर्टीज होणगियां मतलब जिवें कोई आयरन है लोहा है तां कहंदे लोहा जेड़ा आयरन दे ही एटम्स तो बनया होगा ते बराबर एटम्स तो बनया होगा जिवें मैं कहदा 1 किलो लोहे दे विच 5000 एटम आंदे ने वैसे ही मान के चलदे एग्जांपल लेके चलदे हां ਤਾਂ ਹਰ ਇੱਕ 1 ਕਿਲੋ ਦੇ ਵਿੱਚ 5000 ਐਟਮਸ ਹੀ ਆਣਗੇ ਤੇ 5000 ਐਟਮ ਜਿਹੜੇ ਆਣਗੇ ਉਹ ਸਿਰਫ ਲੋਹੇ ਵਾਲੇ ਹੀ ਆਣਗੇ ਆਇਰਨ ਐਟਮਸ ਹੀ ਆਣਗੇ ਕਾਪਰ ਹੈ ਜਿਹੜਾ ਉਹ ਸਿਰਫ ਕਾਪਰ ਦੇ ਐਟਮਸ ਤੋਂ ਹੀ ਬਣਿਆ ਹੋਊਗਾ 골ਡ ਹੈ ਜਿਹੜਾ ਸਿਰਫ 골ਡ ਦੇ ਐਟਮਸ ਤੋਂ ਹੀ ਬਣਿਆ ਹੋਊਗਾ ਇਸ ਤਰੀਕੇ ਦੀ ਇਹਨਾਂ ਨੇ ਥਿਉਰੀ ਦਿੱਤੀ ਸੀ ਜਿਹੜੀ ਥਿਉਰੀ ਬਾਅਦ ਦੇ ਵਿੱਚ ਜਾ ਕੇ ਗਲਤ ਹੋ ਗਈ ਸੀ ਇਹ ਥਿਉਰੀ ਵੀ ਇਹਨਾਂ ਦੀ ਬਾਅਦ ਦੇ ਵਿੱਚ ਜਾ ਕੇ ਗਲਤ ਹੋ ਗਈ ਸੀ ਤੇ ਜਿਹੜੀ थ्योरी ने इन्हों गलत किया सी उस थ्योरी का नाम सी मास स्पैक्ट्रोमैट्री एक्सपेरीमेंट एक बाद दे विच जाके एक्सपेरीमेंट होया सी मास स्पैक्ट्रोमैट्री एक्सपेरीमेंट जिहदे विच पता लग्या सी भी सेम एलीमेंट है जिहड़ा एटम्स ऑफ सेम एलीमेंट हैव डिफरेंट मास भी सेम एलीमेंट दे इन्हां दे विच डिफरेंट मास पाया जाता है ठीक है जी
ਤਾਂ ਕਿਹੜੀ ਥਿਉਰੀ ਨੇ ਇਹਨਾਂ ਦਾ ਪੁਆਇੰਟ ਗਲਤ ਕੀਤਾ? ਮਾਸ ਸਪੈਕਟ੍ਰੋਮੈਟਰੀ ਐਕਸਪੈਰੀਮੈਂਟ। ਠੀਕ, ਉਸ ਤੋਂ ਬਾਅਦ ਬੱਚੋ ਇਹਨਾਂ ਨੇ ਤੀਸਰਾ ਪੁਆਇੰਟ ਕੀ ਦੱਸਿਆ ਆਪਾਂ ਨੂੰ? ਇਹਨਾਂ ਨੇ ਤੀਸਰਾ ਪੁਆਇੰਟ ਦੱਸਿਆ ਵੀ ਆਪਣੇ ਕੋਲੇ ਜਿਹੜਾ ਕੰਪਾਊਂਡਸ are combinations of two or more different type of atoms, two or more different types of atoms। ਹੁਣ ਇਹਨਾਂ ਨੇ ਤੀਸਰੀ ਥਿਉਰੀ ਦੱਸੀ ਬੱਚਿਓ, ਜਿਹੜੇ ਕੰਪਾਊਂਡਸ ਨੇ ਉਹ ਦੋ ਜਾਂ ਦੋ ਤੋਂ ਜ਼ਿਆਦਾ ਟਾਈਪ ਦੇ ਐਟਮਸ ਨੂੰ ਮਿਲਾ ਕੇ ਬਣਦੇ ਨੇ। ਠੀਕ ਹੈ, ਜਿਹੜੀ ਥਿਉਰੀ ਸਹੀ ਵੀ ਸੀ, ਜਿਵੇਂ ਆਪਣਾ ਟੇਬਲ ਸਾਲਟ ਹੈ, ਟੇਬਲ ਸਾਲਟ ਹੈ ਨਮਕ ਹੈ, ਜਿਹੜਾ ਆਪਾਂ ਫਰੂਟਸ ਵਗੈਰਾ ਦੇ ਉੱਪਰ ਲਗਾ ਕੇ ਖਾਂਦੇ ਆ, ਨਮਕ ਹੈ। ਹੁਣ ਜਿਹੜਾ ਨਮਕ ਹੈ ਕਿਸ ਤੋਂ ਬਣਿਆ ਹੁੰਦਾ? NaCl, ਸੋਡੀਅਮ ਕਲੋਰਾਈਡ। ਠੀਕ ਹੈ ਜੀ, NaCl ਸੋਡੀਅਮ ਕਲੋਰਾਈਡ। ਤਾਂ ਇਹ ਦੋ ਅਲੱਗ-ਅਲੱਗ ਤਰ੍ਹਾਂ ਦੇ ਐਟਮਸ ਤੋਂ ਬਣਿਆ ਹੋਇਆ। ਤਾਂ ਜਿਹੜੇ ਕੰਪਾਊਂਡਸ ਨੇ ਉਹ ਦੋ ਜਾਂ ਦੋ ਤੋਂ ਜ਼ਿਆਦਾ ਐਟਮਸ ਤੋਂ ਮਿਲਾ ਕੇ ਬਣੇ ਹੁੰਦੇ ਨੇ। ਇਸੇ ਥਿਉਰੀ ਤੋਂ ਨਾਲ, ਇਸੇ ਪੁਆਇੰਟ ਤੋਂ ਨਾਲ ਇਹਨਾਂ ਦਾ ਚੌਥਾ ਪੁਆਇੰਟ ਨਿਕਲ ਕੇ ਆਇਆ ਵੀ ਜਿਹੜੇ ਐਟਮਸ ਨੇ, ਐਟਮਸ ਕੈਨ ਨਾਈਦਰ ਬੀ ਕ੍ਰੀਏਟਡ, ਐਟਮਸ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ। ਐਟਮਸ ਨੂੰ ਆਪਾਂ ਨਾ ਹੀ ਕ੍ਰੀਏਟ ਕਰ ਸਕਦੇ ਆ, ਨਾ ਹੀ ਬੱਚੋ ਕੀ ਕਰ ਸਕਦੇ ਆ? ਡਿਸਟਰੋਏ ਕਰ ਸਕਦੇ ਆ। ਨਾ ਹੀ ਨਵੇਂ ਐਟਮ ਬਣਾ ਸਕਦੇ ਆ, ਨਾ ਹੀ ਉਹਨਾਂ ਨੂੰ ਡਿਸਟਰੋਏ ਕਰ ਸਕਦੇ ਆ। ਬਸ ਆਪਾਂ ਐਟਮਸ ਨੂੰ ਕੀ ਕਰ ਸਕਦੇ ਆ? ਅਲੱਗ-ਅਲੱਗ ਐਟਮਸ ਨੂੰ ਆਪਾਂ ਜੋੜ ਸਕਦੇ ਆ। ਅਲੱਗ-ਅਲੱਗ ਐਟਮਸ ਨੂੰ ਜੋੜ ਕੇ ਇੱਕ ਨਵਾਂ ਕੰਪਾਊਂਡ ਬਣਾ ਸਕਦੇ ਆ। ਜਿਵੇਂ ਆਪਾਂ ਨੇ ਉੱਪਰ ਪੜਿਆ ਟੇਬਲ ਸਾਲਟ ਬਣਾਇਆ, ਟੇਬਲ ਸਾਲਟ ਸੋਡੀਅਮ ਤੇ ਕਲੋਰਾਈਡ ਨੂੰ ਮਿਲ ਕੇ ਬਣਾਇਆ। ਠੀਕ ਹੈ, ਇਸੇ ਤਰੀਕੇ ਨਾਲ ਇਹਨੇ ਕੀ ਕਿਹਾ? ਕਹਿੰਦਾ ਐਟਮਸ ਹੈ ਜਿਹੜਾ, ਇਹਨੂੰ ਆਪਾਂ ਨਵੇਂ ਐਟਮ ਨਹੀਂ ਬਣਾ ਸਕਦੇ, ਨਾ ਹੀ ਇਹਨਾਂ ਨੂੰ ਡਿਸਟਰੋਏ ਕਰ ਸਕਦੇ ਆ। ਬਸ ਇਹਨਾਂ ਨੂੰ ਜੋੜ ਕੇ ਕੋਈ ਆਪਾਂ ਨਵੀਂ ਚੀਜ਼ ਬਣਾ ਸਕਦੇ ਆ। ਠੀਕ ਹੈ ਜੀ, ਤਾਂ ਇਹ ਚਾਰ ਪੋਸਟੂਲੇਟਸ ਦਿੱਤੇ ਜੌਨ ਡਾਲਟਨ ਨੇ, ਸਰ ਜੌਨ ਡਾਲਟਨ ਨੇ। ਕਾਫੀ ਹੱਦ ਤੱਕ ਜਿਹੜੇ ਇਹ ਪੋਸਟੂਲੇਟ ਸੀ ਇਹ ਸੱਚ ਵੀ ਸਾਬਿਤ ਹੋਏ ਤੇ ਇੱਕ ਨਵੀਂ ਕ੍ਰਾਂਤੀ ਲੈ ਕੇ ਆਏ। ਆਪਾਂ ਕਹਿ ਦਈਏ ਇੱਕ ਨਵੀਂ ਕ੍ਰਾਂਤੀ ਲੈ ਕੇ ਆਏ ਐਟਮਸ ਦੇ ਬਾਰੇ। ਠੀਕ ਹੈ ਜੀ, ਉਸ ਤੋਂ ਬਾਅਦ ਸਾਇੰਟਿਸਟ ਨੇ ਐਟਮਸ ਬਾਰੇ ਹੋਰ ਐਕਸਪੈਰੀਮੈਂਟ ਕਰਨੇ ਸ਼ੁਰੂ ਕਰਤੇ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ। ਠੀਕ, ਤਾਂ ਜੀ ਇੱਥੋਂ ਤੱਕ ਬੱਚੋ ਤੁਹਾਨੂੰ ਸਾਰਾ ਕਲੀਅਰ ਹੋਣਾ ਚਾਹੀਦਾ। ਹੁਣ ਆਪਾਂ ਇਸ ਤੋਂ ਬਾਅਦ ਪੜਾਂਗੇ ਜਿਹੜੇ ਐਕਸਪੈਰੀਮੈਂਟਸ ਹੋਣੇ ਸ਼ੁਰੂ ਹੋਏ। ਇਹ ਐਕਸਪੈਰੀਮੈਂਟਸ ਹੋਏ ਕਿਉਂ, ਕਰਨ ਦੀ ਲੋੜ ਕਿਉਂ ਪਈ? ਦੇਖੋ, ਹੌਲੀ ਹੌਲੀ ਜਿਵੇਂ ਟਾਈਮ ਬੀਤਦਾ ਗਿਆ ਪਤਾ ਲੱਗਦਾ ਗਿਆ ਵੀ ਐਟਮਸ ਦੇ ਅੰਦਰ ਕੁਛ ਨਾ ਕੁਛ ਚਾਰਜ ਪਾਇਆ ਜਾਂਦਾ ਹੈ। ਐਟਮਸ ਦੇ ਅੰਦਰ ਕੁਛ ਨਾ ਕੁਛ ਚਾਰਜ ਪਾਇਆ ਜਾ ਰਿਹਾ ਹੈ। ਇਹ ਪਤਾ ਕਿਵੇਂ ਲੱਗਿਆ? ਠੀਕ ਹੈ, ਹੌਲੀ ਹੌਲੀ ਜਿਵੇਂ ਟਾਈਮ ਬੀਤਦਾ ਗਿਆ। ਹੁਣ ਜਿਵੇਂ ਆਪਣੇ ਕੋਲੇ ਛੋਟੇ ਹੁੰਦੇ ਹੋਏ ਸਕੂਲ 'ਚ ਜੇ ਤੁਸੀਂ ਦੇਖਿਆ ਹੋਵੇ, ਆਪਾਂ ਨਾ ਜੇ ਸਿਰ ਤੇ ਕੰਘੀ ਮਾਰਦੇ ਆ, ਤੁਸੀਂ ਕੀ ਕਰੋ? ਕਾਗਜ਼ ਦੇ ਛੋਟੇ-ਛੋਟੇ ਟੁਕੜੇ ਕਰਕੇ ਰੱਖ ਲਓ। ਕਾਗਜ਼ ਦੇ ਛੋਟੇ-ਛੋਟੇ ਟੁਕੜੇ ਕਰਕੇ ਰੱਖ ਲਓ। ਜਦੋਂ ਤੁਸੀਂ ਸਿਰ ਤੇ ਕੰਘੀ ਮਾਰੋਗੇ, ਸਿਰ ਤੇ ਕੰਘੀ ਮਾਰਨ ਤੋਂ ਬਾਅਦ ਕਾਗਜ਼ ਦੇ ਟੁਕੜਿਆਂ ਦੇ ਲਵੇ ਲੈ ਕੇ ਆਈਓ। ਕੁਝ ਕਾਗਜ਼ ਦੇ ਟੁਕੜੇ ਕੰਘੀ ਦੇ ਨਾਲ ਚਿਪਕ ਜਾਣਗੇ, ਉਹ ਕਾਗਜ਼ ਦੇ ਟੁਕੜੇ ਕੰਘੀ ਨਾਲ ਚਿਪਕ ਜਾਣਗੇ। ਇਸ ਤਰ੍ਹਾਂ ਠੀਕ ਹੈ, ਪਤਾ ਲੱਗਿਆ ਵੀ ਜਿਹੜੀ ਕੰਘੀ ਹੈ, ਇਹ ਕੰਘਾ ਹੈ ਜਿਹੜਾ ਆਪਣਾ, ਇਹ ਐਟਮਸ ਤੋਂ ਬਣਿਆ ਹੋਇਆ, ਇਹ ਐਟਮਸ ਤੋਂ ਬਣਿਆ ਹੋਇਆ। ਹੁਣ ਇਹ ਐਟਮਸ ਨੇ ਜਿਹੜੇ ਇਹਨੂੰ ਕਿਉਂ ਚਿਪਕਾ ਰਹੇ ਨੇ, ਇਹ ਕਾਗਜ਼ ਨੂੰ ਕਿਉਂ ਚਿਪਕਾ ਰਹੇ ਨੇ? ਕਿਉਂਕਿ ਇਹਦੇ ਵਿੱਚ ਕੁਛ ਨਾ ਕੁਛ ਕੀ ਪ੍ਰੋਡਿਊਸ ਹੋ ਰਿਹਾ? ਚਾਰਜ ਪ੍ਰੋਡਿਊਸ ਹੋ ਰਿਹਾ। ਮਤਲਬ ਕੁਛ ਨਾ ਕੁਛ ਕੀ ਹੋ ਰਿਹਾ? ਚਾਰਜ ਪ੍ਰੋਡਿਊਸ ਹੋ ਰਿਹਾ। ਤਾਂ ਬੱਚੋ ਇਸ ਤਰੀਕੇ ਨਾਲ ਕਾਫੀ ਚੀਜ਼ਾਂ ਚੱਲਦੀਆਂ ਗਈਆਂ ਤਾਂ ਪਤਾ ਲੱਗਿਆ ਵੀ ਨਹੀਂ, ਐਟਮਸ ਦੇ ਅੰਦਰ ਕੋਈ ਨਾ ਕੋਈ ਚਾਰਜ ਹੈਗਾ। ਤੇ ਇਸ ਚਾਰਜ ਨੂੰ ਪਤਾ ਕਰਨ ਲਈ ਨਵੇਂ ਐਕਸਪੈਰੀਮੈਂਟ ਹੋਏ। ਤਾਂ ਉਹਨਾਂ ਐਕਸਪੈਰੀਮੈਂਟਸ ਬਾਰੇ ਪੜਾਂਗੇ। ਇਹਨਾਂ ਐਕਸਪੈਰੀਮੈਂਟਸ ਦੇ ਵਿੱਚ ਆਪਾਂ ਨੂੰ ਪਤਾ ਲੱਗੂਗਾ ਵੀ ਐਟਮਸ ਦੇ ਅੰਦਰ ਕੀ ਕੁਝ ਪਾਇਆ ਜਾਂਦਾ ਹੈ। ਤੇ ਜਿਹੜਾ ਐਟਮਸ ਦੇ ਅੰਦਰ ਚੀਜ਼ਾਂ ਪਾਈਆਂ ਜਾਂਦੀਆਂ ਨੇ ਉਹਨੂੰ ਆਪਾਂ ਕਹਿੰਦੇ ਆ ਸਬ ਐਟੋਮਿਕ ਪਾਰਟੀਕਲਸ। ਤੇ ਉਹਨਾਂ ਚੀਜ਼ਾਂ ਨੂੰ ਕੀ ਕਿਹਾ ਜਾਂਦਾ ਬੱਚੋ? ਸਬ ਐਟੋਮਿਕ ਪਾਰਟੀਕਲਸ। ਠੀਕ, ਹੁਣ ਇਸ ਦੇ ਵਿੱਚ ਜਿਹੜੇ ਪਹਿਲੇ ਸਾਇੰਟਿਸਟ ਸੀ ਜਿਨ੍ਹਾਂ ਨੇ ਐਕਸਪੈਰੀਮੈਂਟ ਕੀਤਾ, ਇਹ ਸੀ ਜੀ ਜੇ ਥੌਮਸਨ, THOMSON, ਜੇ ਥੌਮਸਨ। ਹੁਣ ਇਹ ਬੱਚੋ ਪਹਿਲੇ ਸਾਇੰਟਿਸਟ ਸੀ ਜਿਨ੍ਹਾਂ ਨੇ ਐਕਸਪੈਰੀਮੈਂਟ ਕੀਤਾ।
ਇਹਨਾਂ ਨੂੰ ਟੀਚਰਸ ਆਫ ਟੀਚਰ ਵੀ ਕਿਹਾ ਜਾਂਦਾ ਹੈ, ਗੁਰੂਆਂ ਦਾ ਗੁਰੂ ਵੀ ਕਿਹਾ ਜਾਂਦਾ ਹੈ, ਟੀਚਰਸ ਆਫ ਟੀਚਰ। ਠੀਕ ਹੈ, ਤਾਂ ਜੇ ਬਾਈ ਚਾਂਸ ਪੇਪਰ ਦੇ ਵਿੱਚ ਆ ਜੇ ਵੀ ਟੀਚਰਸ ਆਫ ਟੀਚਰ ਕਿਸ ਨੂੰ ਕਿਹਾ ਜਾਂਦਾ ਹੈ, ਤਾਂ ਸਰ ਜੇ ਥੋਮਸਨ। 1897 ਦੇ ਵਿੱਚ ਇਹਨਾਂ ਨੇ ਡਿਸਕਵਰੀ ਕੀਤੀ ਬੱਚੋ ਇਲੈਕਟ੍ਰੋਨ ਦੀ। ਠੀਕ ਹੈ ਜੀ, ਜਿਹੜਾ ਕਿ ਤੁਹਾਡਾ ਸਭ ਤੋਂ ਪਹਿਲਾ ਫਸਟ ਸਬ ਐਟੋਮਿਕ ਪਾਰਟੀਕਲ ਕਿਹਾ ਜਾਂਦਾ ਹੈ। ਤਾਂ ਜੇ ਪੇਪਰ ਚ ਆ ਜੇ ਸਭ ਤੋਂ ਪਹਿਲਾ ਸਬ ਐਟੋਮਿਕ ਪਾਰਟੀਕਲ, ਸਭ ਤੋਂ ਛੋਟਾ ਸਬ ਐਟੋਮਿਕ ਪਾਰਟੀਕਲ ਕਿਹੜਾ ਪਾਇਆ ਗਿਆ, ਉਹਦਾ ਨਾਮ ਕੀ ਸੀ, ਇਲੈਕਟ੍ਰੋਨ। ਹੁਣ ਇਹਦੀ ਇਨਵੈਂਸ਼ਨ ਕਿਵੇਂ ਹੋਈ? ਠੀਕ ਹੈ ਜੀ, ਇਸ ਦੀ ਇਨਵੈਂਸ਼ਨ ਕਿਵੇਂ ਹੋਈ, ਤਾਂ ਕਿਵੇਂ ਪਤਾ ਲੱਗਿਆ? ਤਾਂ ਦੇਖੋ ਕੀ ਹੋਇਆ, ਇੱਕ ਐਕਸਪੈਰੀਮੈਂਟ ਹੋਇਆ ਜਿਸ ਦਾ ਨਾਮ ਸੀ ਕੈਥੋਡ ਰੇ ਐਕਸਪੈਰੀਮੈਂਟ। ਕੈਥੋਡ ਰੇ ਐਕਸਪੈਰੀਮੈਂਟ ਜਾਂ ਫਿਰ ਇਸ ਨੂੰ ਡਿਸਚਾਰਜ ਟਿਊਬ ਐਕਸਪੈਰੀਮੈਂਟ ਵੀ ਕਿਹਾ ਜਾਂਦਾ ਹੈ, ਕਿਉਂਕਿ ਜਿਹੜਾ ਇਹ ਐਕਸਪੈਰੀਮੈਂਟ ਸੀ ਉਹ ਜਿਹੜੀ ਟਿਊਬ 'ਚ ਹੋਇਆ ਸੀ, ਉਸ ਟਿਊਬ ਦਾ ਨਾਮ ਸੀ ਡਿਸਚਾਰਜ ਟਿਊਬ। ਮਤਲਬ ਉਹ ਟਿਊਬ ਸੀ ਜਿਹੜੀ ਡਿਸਚਾਰਜ ਟਿਊਬ ਸੀ। ਜਿਵੇਂ ਤੁਸੀਂ ਆਪਣੀ ਕੈਮਿਸਟਰੀ ਲੈਬ 'ਚ ਦੇਖੀ ਹੋਣੀ, ਕੰਚ ਦੀਆਂ ਆਪਣੇ ਕੋਲ ਇਦਾਂ ਦੀਆਂ ਹੁੰਦੀਆਂ ਨੇ, ਠੀਕ ਹੈ, ਟਿਊਬਸ। ਤਾਂ ਇਹ ਡਿਸਚਾਰਜ ਟਿਊਬ ਸੀ ਬੱਚੋ, ਕੰਚ ਦੀਆਂ ਟਿਊਬਸ ਹੁੰਦੀਆਂ ਨੇ। ਇਹਦੇ ਵਿੱਚ ਉਹਨਾਂ ਨੇ ਕੀ ਕੀਤਾ, ਇੱਕ ਗੈਸ ਛੱਡਤੀ, 에ਅਰ ਐਟ ਵੈਰੀ ਲੋ ਪ੍ਰੈਸ਼ਰ, ਬਹੁਤ ਹੀ ਲੋ ਪ੍ਰੈਸ਼ਰ ਤੇ ਇੱਕ ਗੈਸ ਇਹਦੇ ਵਿੱਚ ਫਿਲ ਕਰਤੀ, ਤੇ ਜਿਹੜੀ ਇਸ ਟਿਊਬ ਨੂੰ ਸੀ ਇੱਕ ਹਾਈ ਵੋਲਟੇਜ ਬੈਟਰੀ ਨਾਲ ਜੋੜ ਦਿੱਤਾ ਗਿਆ। ਇਸ ਟਿਊਬ ਨੂੰ ਹਾਈ ਵੋਲਟੇਜ ਬੈਟਰੀ ਨਾਲ ਜੋੜ ਦਿੱਤਾ ਗਿਆ, ਤੇ ਜਦੋਂ ਆਪਾਂ ਬੈਟਰੀ ਨਾਲ ਜੋੜਾਂਗੇ, ਇੱਕ ਹਿੱਸਾ ਆਪਾਂ ਨੈਗੇਟਿਵ ਨਾਲ ਜੋੜਾਂਗੇ, ਇੱਕ ਹਿੱਸਾ ਪੋਜ਼ਿਟਿਵ ਨਾਲ ਜੋੜਾਂਗੇ। ਤਾਂ ਇੱਕ ਹਿੱਸਾ ਇਹਨਾਂ ਨੇ ਪੋਜ਼ਿਟਿਵ એનર્ਜੀ ਨਾਲ ਜੋੜਤਾ, ਪੋਜ਼ਿਟਿਵ ਚਾਰਜ ਨਾਲ ਜੋੜਤਾ, ਇੱਕ ਹਿੱਸਾ ਨੈਗੇਟਿਵ ਨਾਲ। ਠੀਕ ਹੈ ਜੀ, ਅੰਦਰ 에ਅਰ ਐਟ ਵੈਰੀ ਲੋ ਪ੍ਰੈਸ਼ਰ, ਤੇ ਇਹਨਾਂ ਨੇ ਦੋ ਉਰੇ ਮੈਟਲ ਦੀਆਂ ਪਲੇਟਸ ਲਗਾਤੀਆਂ, ਦੋ ਮੈਟਲ ਦੀਆਂ ਪਲੇਟਸ ਲਗਾਤੀਆਂ। ਤਾਂ ਬੱਚੋ ਜਦੋਂ ਇਹਨਾਂ ਨੇ ਕਰੰਟ ਛੱਡਿਆ ਤਾਂ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਇਹਦੇ ਅੰਦਰ ਐਟਮਸ ਦੇ ਅੰਦਰ ਕੋਈ ਚੀਜ਼ ਹੈ ਜਿਹੜੀ ਮੂਵ ਕਰ ਰਹੀ ਹੈ? ਇਹਨਾਂ ਨੂੰ ਕਿਵੇਂ ਪਤਾ ਲੱਗਿਆ? ਤਾਂ ਹੋਇਆ ਕਿ ਇਹਨਾਂ ਨੇ ਨਾ ਆ ਪੋਜ਼ਿਟਿਵ ਵਾਲੇ ਪਾਸੇ, ਮਤਲਬ ਟਿਊਬ ਦੇ ਜਿਹੜੇ ਆ ਕਿਨਾਰਿਆਂ ਤੇ ਸੀ, ਇੱਕ ਕੈਮੀਕਲ ਲਗਾਤਾ, ਕੈਮੀਕਲ ਦੀ ਕੋਟਿੰਗ ਕਰਤੀ ਜਿਹਦਾ ਨਾਮ ਸੀ ਜ਼ਿੰਕ ਸਲਫਾਈਡ, ਜਿਸਦਾ ਨਾਮ ਸੀ ਜ਼ਿੰਕ ਸਲਫਾਈਡ। ਇੱਕ ਕੈਮੀਕਲ ਦੀ ਕੋਟਿੰਗ ਕਰਤੀ ਜਿਸਦਾ ਨਾਮ ਸੀ ਜ਼ਿੰਕ ਸਲਫਾਈਡ। ਹੁਣ ਜ਼ਿੰਕ ਸਲਫਾਈਡ ਨਾਲ ਹੁੰਦਾ ਕੀ ਹੈ ਤੁਹਾਨੂੰ ਮੈਂ ਦੱਸਦਾ। ਜ਼ਿੰਕ ਸਲਫਾਈਡ ਨਾਲ ਹੁੰਦਾ ਕੀ ਹੈ ਬੱਚੋ, ਤੁਸੀਂ ਇਹਦੇ ਉੱਤੇ ਜੇ ਕੋਈ ਚਾਰਜ ਮਾਰੋਗੇ, ਮਤਲਬ ਇਹਦੇ ਉੱਤੇ ਕੋਈ ਚਾਰਜ ਜਾਊਗਾ, ਕੋਈ ਵੀ ਚੀਜ਼ ਜਾ ਕੇ ਟਕਰਾਊਗੀ, ਤਾਂ ਇਹ ਗਲੋ ਕਰਨਾ ਸ਼ੁਰੂ ਹੋ ਜਾਊਗਾ, ਇਹ ਚਮਕਣਾ ਸ਼ੁਰੂ ਹੋ ਜਾਊਗਾ। ਤਾਂ ਕੀ ਹੋਇਆ, ਜਦੋਂ ਇਹਨਾਂ ਨੇ ਕਰੰਟ ਛੱਡਿਆ ਤਾਂ ਇਹ ਪੋਜ਼ਿਟਿਵ ਵਾਲੇ ਪਾਸੇ ਨੂੰ ਗਲੋ ਕਰਨਾ ਸ਼ੁਰੂ ਕਰ ਗਿਆ। ਪੋਜ਼ਿਟਿਵ ਵਾਲੇ ਪਾਸੇ ਨੂੰ ਗਲੋ ਕਰਨਾ ਸ਼ੁਰੂ ਕਰ ਗਿਆ, ਮਤਲਬ ਨੈਗੇਟਿਵ ਪਾਸਿਓਂ ਕੋਈ ਚਾਰਜ ਜਾ ਰਿਹਾ ਸੀ। ਨੈਗੇਟਿਵ ਵਾਲੇ ਪਾਸਿਓਂ ਕੀ ਜਾ ਰਿਹਾ ਸੀ ਬੱਚਿਓ, ਕੋਈ ਚਾਰਜ ਜਾ ਕੇ ਜ਼ਿੰਕ ਸਲਫਾਈਡ ਨਾਲ ਟਕਰਾ ਰਿਹਾ ਸੀ। ਤਾਂ ਇਸ ਤਰੀਕੇ ਨਾਲ ਪਤਾ ਲੱਗਿਆ ਵੀ ਇਹਦੇ ਵਿੱਚ ਕੋਈ ਨਾ ਕੋਈ ਕੀ ਪਾਈ ਗਈ ਹੈ, ਨੈਗੇਟਿਵ એનર્ਜੀ ਪਾਈ ਗਈ ਹੈ, ਨੈਗੇਟਿਵ ਚਾਰਜ ਪਾਇਆ ਗਿਆ, ਤੇ ਉਸ ਨੈਗੇਟਿਵ ਚਾਰਜ ਦਾ ਨਾਮ ਕੀ ਰੱਖਿਆ ਗਿਆ, ਇਲੈਕਟ੍ਰੋਨ। ਉਸ ਨੈਗੇਟਿਵ ਚਾਰਜ ਦਾ ਨਾਮ ਕੀ ਰੱਖਿਆ ਗਿਆ ਬੱਚੋ, ਇਲੈਕਟ੍ਰੋਨ। ਤਾਂ ਇਸ ਤਰੀਕੇ ਨਾਲ ਇਲੈਕਟ੍ਰੋਨ ਦੇ ਬਾਰੇ ਸਭ ਤੋਂ ਪਹਿਲਾ ਸਬ ਐਟੋਮਿਕ ਪਾਰਟੀਕਲ ਪਤਾ ਲੱਗਿਆ ਜਿਸ ਦਾ ਨਾਮ ਸੀ ਇਲੈਕਟ੍ਰੋਨ। ਹੁਣ ਇਲੈਕਟ੍ਰੋਨ ਬਾਰੇ ਪੜ੍ਹਦੇ ਹਾਂ। ਇਲੈਕਟ੍ਰੋਨ ਕੀ ਹੁੰਦਾ ਬੱਚੋ, ਆਪਾਂ ਨੂੰ ਪਤਾ ਲੱਗ ਗਿਆ ਇਲੈਕਟ੍ਰੋਨ ਦੇ ਉੱਪਰ ਕਿਹੜਾ ਨੈਗੇਟਿਵ ਚਾਰਜ ਪਾਇਆ ਗਿਆ ਹੈ, ਇਲੈਕਟ੍ਰੋਨ ਦੇ ਉੱਪਰ ਨੈਗੇਟਿਵ ਚਾਰਜ ਪਾਇਆ ਗਿਆ। ਹੁਣ ਚਾਰਜ ਨੂੰ ਜੇ ਆਪਾਂ ਨੇ ਮੈਜ਼ਰ ਕਰਨਾ ਹੋਵੇ, ਜਿਵੇਂ ਆਪਾਂ ਡਿਸਟੈਂਸ ਨੂੰ ਮੈਜ਼ਰ ਕਰਦੇ ਆ ਮੀਟਰ ਕਿਲੋਮੀਟਰ ਚ, ਠੀਕ ਹੈ, ਸਪੀਡ ਨੂੰ ਮੈਜ਼ਰ ਕਰਦੇ ਆ ਮੀਟਰ ਪਰ ਸੈਕਿੰਡ ਕਿਲੋਮੀਟਰ ਪਰ ਆਵਰ ਦੇ ਵਿੱਚ, ਟਾਈਮ ਨੂੰ ਮੈਜ਼ਰ ਕਰਦੇ ਆ ਮਿੰਟਾਂ ਦੇ ਵਿੱਚ, ਤਾਂ ਚਾਰਜ ਨੂੰ ਆਪਾਂ ਮੈਜ਼ਰ ਕਿਸ ਤਰੀਕੇ ਨਾਲ ਕਰਾਂਗੇ, ਕਿਹੜੇ ਯੂਨਿਟਸ ਨਾਲ ਮੈਜ਼ਰ ਕਰਾਂਗੇ, ਇਸ ਯੂਨਿਟਸ ਦਾ ਨਾਮ ਹੈ ਕੂਲੰਬ। ਤੈਨੂੰ ਜਿਹੜਾ ਯੂਨਿਟ ਉਸ ਦਿੱਤਾ ਗਿਆ ਸੀ ਕੂਲੰਬ। ਤਾਂ ਬੱਚੋ ਇਹ ਚੀਜ਼ ਯਾਦ ਰੱਖਿਓ, ਕੂਲੰਬ ਕਾਦੇ ਲਈ ਯੂਜ਼ ਹੁੰਦਾ ਹੈ, ਚਾਰਜ ਮੈਜ਼ਰ ਕਰਨ ਲਈ ਯੂਜ਼ ਹੁੰਦਾ ਹੈ। ਠੀਕ ਹੈ ਜੀ, ਤਾਂ ਆਪਣੇ ਕੋਲੇ ਇਲੈਕਟ੍ਰੋਨ ਦੇ ਉੱਪਰ ਨੈਗੇਟਿਵ ਚਾਰਜ ਹੈ, ਅਤੇ ਇਲੈਕਟ੍ਰੋਨ ਦੇ ਉੱਪਰ ਕਿੰਨਾ ਨੈਗੇਟਿਵ ਚਾਰਜ ਹੈ, ਇਹਦੀ ਵੈਲਿਊ ਹੈ -1.6 ਮਲਟੀਪਲਾਈ ਬਾय 10 ਦੀ ਪਾਵਰ -19 ਸੀ। ਤਾਂ ਬੱਚੋ ਇੰਨਾ
अपने कोले इलैक्ट्रॉन दे उपर नैगेटिव चार्ज है। दूसरा इलैक्ट्रॉन दा भार मास, इलैक्ट्रॉन दा मास कितना, हुण कोई भी चीज जिहड़ी एग्जिस्ट कर रही है ओदा कोई ना कोई भार होगा, तो इहदा भार है जिहड़ा काफी घट हुंदा है 9.1 इंटू 10 दी पावर -31 kg। तो बच्चों इसका जिहड़ा मास है इलैक्ट्रॉन का वह कितना है 9.1 इंटू 10 दी पावर -31 kg। ठीक, तो आ चीज पता लगी जी अपने कोले इथों दी। हुण नैक्सट, हुण जो अपने कोले पहला पता सी आपां नूं, पहला पता सी वो की पता सी बच्चों, एक चीज ध्यान नाल सुनियो, जो अपने कोले पहला पता सी वो ये चीज पता सी भी जेड़ा एटम है, जेड़ा एटम है इज इलैक्ट्रिकली न्यूट्रल। जो आपां नूं हुण तक साइंटिस्टां नूं पता सी वो किहड़ी चीज पता सी भी जेड़ा एटम है वो की है इलैक्ट्रिकली न्यूट्रल है। इलैक्ट्रिकली न्यूट्रल दा मतलब की हुंदा है जिन्ना किसी चीज दे उपर पॉजिटिव चार्ज होगा उन्ना ही उस चीज दे उपर नैगेटिव चार्ज होगा। हुण आपां ने नैगेटिव चार्ज तां आपां नूं पता लग गया भी नैगेटिव चार्ज है वो इलैक्ट्रॉन दा नाम देता, पर पॉजिटिव चार्ज बारे आपां नूं नहीं पता सी, हले पॉजिटिव चार्ज बारे नहीं पता सी, बस साइंटिस्टां नूं इह पता सी भी कोई पॉजिटिव चीज भी हैगी है अंदर। ठीक है, अगे अगे जिमें जिमें डिस्कवरीज हुईयां अगे जाके पता लग्या पॉजिटिव चार्ज का नाम दिता गया, बट हाले तक ये चीज पता सी भी पॉजिटिव चीज है ते कुछ नैगेटिव चीज है। ताही इस साइंटिस्ट ने एक मॉडल दिता सी अपने कोले बच्चों, जे थॉमसन ने एक मॉडल दिता जिसनू थॉमसन प्लम पुडिंग मॉडल कहा जाता है। थॉमसन प्लम पुडिंग मॉडल भी कहा जाता है, थॉमसन प्लम पुडिंग मॉडल या फिर रेजिन पुडिंग मॉडल, रेजिन पुडिंग मॉडल। इस मॉडल दे विच इन्हां ने की कहा सी, थॉमसन पुडिंग मॉडल दे विच प्लम पुडिंग, प्लम हो गया अपने कोले तरबूज, आपां ने सारियां ने वाटरमेलन देखा होना बच्चों, वाटरमेलन। तां थॉमसन ने जे थॉमसन ने इस मॉडल दे विच की कहा सी जिवें अपना तरबूज है, तरबूज दा रैड हिस्सा हुंदा सारा, जेड़ी चीज आपां खाने आ तरबूज दा रैड हिस्सा, ते इहदे विच कुछ ना कुछ जे देखिया होगा आपां काले बीज हुंदे ने, है ना, वो काले काले जेडे बीज हुंदे ने जेडे आपां बाहर कड्डदे रहने आ काले बीज। ठीक है, तां थॉमसन प्लम पुडिंग मॉडल की सी, इन्हें दस्सिया भी जेड़ा बाहरला रैड पार्ट है, ये जेड़ा रैड पार्ट है जेड़ा आह ये सारा पॉजिटिव चार्ज है, ये सारा की है पॉजिटिव चार्ज है। ठीक है, ते इहदे अंदर जेड़े आह अपने कोले आ बीज ने, ये बीज की ने बच्चों इलैक्ट्रॉन्स, ये बीज किदे पाए गए ने, ये बीज की ने इलैक्ट्रॉन्स। ते यही चीज रेजिन पुडिंग मॉडल जिवें अपनी खीर हुंदी है, ठीक है जी, खीर दे विच आपां दाखां सिट्टियां होण तो जेड़ा खीर दा बाकी सारा हिस्सा है वो की हो गया पॉजिटिव चार्ज हो गया, पॉजिटिव एनर्जी होगी, ते पॉजिटिव एनर्जी दे विच जेहड़ियां वो दाखां ने वो कादा काम करनगियां बच्चों, इलैक्ट्रॉन्स दा काम करनगियां, वो काम कर रही ने इलैक्ट्रॉन्स दा। हुण पॉजिटिव एनर्जी बारे इन्हां नूं पहला पता लग गया सी, पॉजिटिव एनर्जी बारे या पॉजिटिव चार्ज बारे इन्हां नूं पहला ही पता लग गया सी, बट प्रोटोन दा नाम है जेड़ा वो बाद दे विच जाके आया। ठीक है, ते कदों आया किवें आया आपां हुण उस दे बारे चलदे हां। इत्थों तक बच्चों मैनूं उम्मीद है भी तुहानूं सारा क्लीयर हो गया होगा। ठीक है, हुण नैक्सट सैकेंड सब एटॉमिक पार्टिकल, सैकेंड सब एटॉमिक पार्टिकल, सैकेंड सब एटॉमिक पार्टिकल जेड़ा अपने कोले पाया गया ओदा नाम है प्रोटोन। सैकेंड सब एटॉमिक पार्टिकल जिसका नाम है प्रोटोन। हुण बच्चों की होया, एक साइंटिस्ट सी गोल्डस्टीन। ठीक है जी, इन्हां नूं पता लग गया सी भी एक पॉजिटिव चार्ज पाया गया, पॉजिटिव चार्ज पाया गया।
ठीक है। ते इन्हां ने की किया, अपनियां थ्योरीज देनियां शुरू कीतियां, ठीक। एनोड रे एक्सपेरीमेंट किया, जिमें अपने कोले कैथोड रे एक्सपेरीमेंट होया सी, उमें इस दे लई एनोड रे एक्सपेरीमेंट होया। इसनू कैनाल रे एक्सपेरीमेंट भी कहते हैं, कैनाल रे एक्सपेरीमेंट। बट एक की होया, यह एक्सपेरीमेंट करते रहे, थ्योरीज करते रहे, बट यह अपनी थ्योरी दे विच किते ना किते जाके अनसक्सैसफुल होए, मतलब यह प्रॉपर नहीं दस सके, यह की होए अनसक्सैसफुल होए, यह सारी जानकारी नहीं दे पाई, ठीक है जी। तो पॉजिटिव चार्ज दी, पॉजिटिव एनर्जी दी जेड़ी जानकारी देनी शुरू की सी, वो किहड़े साइंटिस्ट ने देनी शुरू की, साइंटिस्ट ने। बट जदों अपनी पूरी थ्योरी कंप्लीट ना कर पाए, ठीक है, इन्हों प्रॉपर जानकारी ना लग पाई, पूरी जानकारी ना दे पाए, तो जेड़ी अपने कोले प्रोटोन नाम है, इस थ्योरी का नाम प्रोटोन आपां इसनूं नहीं दिता हले। इहदा प्रोटोन नाम किसने दिता, ठीक है जी। प्रोटोन नाम बच्चों दिता यह जाके अगे रदरफोर्ड ने। फिर अगे एक साइंटिस्ट होए जिन्हां दा नाम है रदरफोर्ड। इन्हां ने इन्हां दी थ्योरी नूं ही, गोल्डस्टीन दी थ्योरी नूं फर्दर स्टडी किता ते उसनूं अंजाम तक लैके गए। मतलब आपां जिवें एक कह दईए, मैं कोई आइडिया दे दा, ठीक है, आइडिया दे दा भी यार आ चीज हो सकती है, उते काम करना शुरू करा, बट मेरे तो काम पूरा ना होवे, ठीक है। तो बाद विच कोई होर बंदा आया जिन्हों आइडिया पसंद आया, ते उसने उस काम नूं पूरा करता, तो रदरफोर्ड ने भी की कीता सी, यही चीज कीती सी। गोल्डस्टीन ने काम शुरू तो किया बट पूरा ना कर पाए, ता करके काम अद्धा अधूरा रह गया। इन्हां दे काम नूं पूरा किसने किया, रदरफोर्ड ने पूरा किया। तो रदरफोर्ड ने दसिया भी एटम दे अंदर जिन्ना नेगेटिव चार्ज पाया जाता है, उन्ना ही पॉजिटिव चार्ज पाया जाता है, ते उस पॉजिटिव चार्ज का नाम की रखा गया, प्रोटोन पाया गया। उस पॉजिटिव चार्ज का नाम प्रोटोन रखा गया, ठीक है जी। तो हुण जिन्नी अपने कोले इलैक्ट्रॉन का चार्ज सी, उन्ना ही प्रोटोन का चार्ज है, पर एक काच है पॉजिटिव च, 1.6 इंटू 10 दी पावर -19 सी। तो जिन्ना अपने कोले इलैक्ट्रॉन का चार्ज सी, देखो इलैक्ट्रॉन का चार्ज कितना सी, इलैक्ट्रॉन का चार्ज सी -1.6 इंटू 10 दी पावर -19 सी, ते प्रोटोन का चार्ज भी उन्ना है बट पॉजिटिव दे विच है, ठीक है जी। ते इसका मास ऑफ प्रोटोन का जेड़ा मास है वो इलैक्ट्रॉन नालों ज्यादा है, प्रोटोन का जेड़ा मास है वो इलैक्ट्रॉन नालों ज्यादा है। प्रोटोन का मास पाया गया 1.67 इंटू 10 दी पावर -27 kg, ठीक है जी। ते इलैक्ट्रॉन का जेड़ा मास सी, जे थोड़े याद होवे, 9.1 इंटू 10 दी पावर -31 kg। तो बच्चों एक चीज याद रखियो, 10 दी पावर -27 बड़ा होगा 10 दी पावर -31 नालों, क्योंकि माइनस लग्या होया, माइनस वाली छोटी वैल्यू बड़ी हुंदी है, ठीक है जी। तो हुण जे आपां उदों हिसाब लगाइए, प्रोटोन का जेड़ा मास है 1837 टाइम है, 1837 गुना है मास ऑफ इलैक्ट्रॉन नालों। इनू अप्रोक्सीमेट 2000 टाइम काउंट किया जाता है भी जेड़ा प्रोटोन का मास है इलैक्ट्रॉन नालों किन्ने गुना है, 2000 गुना है, ठीक है जी। तो इत्थों तक बच्चों अपनी पहली क्लास सी, कोई भी डाउट होवे पूछ सकते हो। इस तो बाद नैक्सट क्लास दे विच आपां पढ़ांगे न्यूट्रॉन, तीसरी डिस्कवरी जेड़ी होई न्यूट्रॉन बारे, ठीक है जी। न्यूट्रॉन का किवें पता लग्या, तो इन्हां चीज़ां बारे आपां पढ़ांगे ते अते कुछ होर एक्सपेरीमेंट्स पढ़ांगे। तो इत्थों तक तुहानूं क्लीयर होना चाहिए जी। चलिए ठीक है जी, थैंक यू सो मच।